ਇਹ ਜਿਹੜਾ ਲੂਸਣ ਆ ਨਾ, ਲੂਸਣ ਨੂੰ ਅਸੀਂ ਇਹ ਖਾਦ ਸਾਰਿਆਂ ਨੂੰ ਪਾਈ ਆ ਇਸ ਨੂੰ। ਅਗਲੀ ਜਿਹੜਾ ਟੋਟਾ ਹੈਗਾ ਨਾ ਉਹ ਵੀ ਤੁਹਾਨੂੰ ਦਿਖਾਉਂਦੇ ਆ, ਉਹਦੇ 'ਚ ਅਸੀਂ ਪਾਈ ਨਹੀਂ ਹੈ। ਇਹਦੇ ਵਿੱਚ ਜਿਹੜੇ 'ਚ ਪਾਈ ਆ ਨਾ, ਇਹਦੇ 'ਚ ਵੀ ਇੱਕ ਫ਼ਰਕ ਹੋਰ ਵੀ ਕੀਤਾ। ਇਹਦੇ 'ਚ ਪਈ ਹੋਈ ਆ, ਇਹ ਜਿਹੜਾ ਟੋਟਾ ਨਜ਼ਰ ਆਉਂਦਾ ਨਾ, ਇਸੇ ਦਾ ਹੀ ਇਹੀ ਰਕਬਾ, ਇੱਕੋ ਜਿਹਾ ਰਕਬਾ। ਇਹਨੂੰ ਅਸੀਂ ਜਿਹੜਾ ਨਾ, ਇਹਨੂੰ ਅਸੀਂ ਇੱਕ ਸਪਰੇਅ ਵੀ ਕੀਤੀ ਆ 10 ਲੀਟਰ 10 ਕਿਲੋ ਦੀ ਨਾ 200 ਲੀਟਰ ਪਾਣੀ ਦੇ ਵਿੱਚ ਭਿਉਂ ਕੇ ਨਾ, ਤੇ ਉਹਨੂੰ ਪਾਣੀ ਨਿਤਾਰ ਕੇ ਪਾਣੀ ਨੂੰ ਅੱਛੇ ਤਰੀਕੇ ਨਾਲ ਪੁਣ ਕੇ ਤੇ ਸਪਰੇਅ ਮਸ਼ੀਨ ਦੇ ਵਿੱਚ ਪਾ ਕੇ ਇਹ ਇੰਨਾ ਟੋਟਾ ਜਿਹੜਾ ਨਾ, ਉਹ ਅਸੀਂ ਇੱਕ ਟੈਂਕੀ ਜਿਹੜੀ ਹੈ ਨਾ, ਉਸ ਹਿਸਾਬ ਨਾਲ ਅਸੀਂ ਇਹਨੂੰ ਸਪਰੇਅ ਦੀ ਲਾਈ ਹੋਈ ਹੈ। ਤੇ ਇਹਦੇ ਨਾਲ ਉਹ ਦੇਖ ਲਓ, ਉਹਦਾ ਤੇ ਉਹਦਾ ਸਪਰੇਅ ਦੇ ਨਾਲ ਵੀ ਵਾਜ਼ਿਆ ਤੌਰ 'ਤੇ ਫ਼ਰਕ ਆ। ਜਿਹਨੂੰ ਨਹੀਂ ਪਾਈ ਹੋਈ ਉਹ ਤੁਹਾਨੂੰ ਦਿਖਾਉਂਦੇ ਆ, ਉਹਦਾ ਜਿਹੜਾ ਵਾ ਉਹ ਇਹਦੇ ਨਾਲ ਵੀ ਜ਼ਿਆਦਾ ਫ਼ਰਕ ਹੈਗਾ। ਉਹਦੇ ਰੰਗਤ ਵੀ ਦਾ ਵੀ ਫ਼ਰਕ ਆ, ਰੰਗਤ ਵੀ ਉਹਦੀ ਐਡੀ ਕੋਈ ਫੋਟ ਜਿਹੜੀ ਆਮ ਬਾਗਾਂ ਨੇ ਨਹੀਂ ਚੁੱਕੀ। ਇਸ ਦੇ ਨਾਲ ਪਾਉਣ ਦੇ ਨਾਲ ਇਹ ਹੋਇਆ ਕਿ ਇਹਨੇ ਫੋਟ ਚੁੱਕ ਲਈ ਆ। ਹਾਲਾਂਕਿ ਇਹਨਾਂ ਪੌਦਿਆਂ ਨੂੰ ਆ ਜਿਹੜੀ ਹੈ ਚੀਜ਼ ਹੈਗੀ ਆ, ਇਹ ਇਨਸ਼ਾ ਅੱਲਾਹ ਤਾਲਾ ਜਿਹੜੇ ਤੁਹਾਨੂੰ ਦਿਖਾਉਂਦੇ ਪਏ ਆ, ਇਹ ਜਿਹੜੀ ਇਹਨੂੰ ਇਹ ਹੈਗੀ ਆ ਵਾਇਰਸ ਆ, ਜਿਹੜੀ ਆ ਜਾਲੀ ਜਿਹੀ ਆ, ਇਹ ਇਨਸ਼ਾ ਅੱਲਾਹ ਤਾਲਾ ਸਾਲ ਦੇ ਅੰਦਰ ਨਾ ਇਹ ਖਾਦ ਪਾਉਣ ਦੇ ਨਾਲ ਸਾਲ ਦੇ ਅੰਦਰ ਇਹ ਖ਼ਤਮ ਹੋ ਜਾਏਗੀ। ਇਹ ਕਰ ਸਕਦੇ ਜੀ। ਇਹ ਦੇਖੋ ਨਾ, ਇਹ ਜਿਹੜਾ ਕਾਲਾ ਡਾਰਕ ਰੰਗ ਆ ਇਹਦੀ ਵਜ੍ਹਾ ਤੋਂ ਹੋਇਆ ਵਾ। ਇਹ ਜਿਹੜੀ ਨਵੀਂ ਫੋਟ ਆ ਇਹਦੀ ਵਜ੍ਹਾ ਤੋਂ ਆ। ਤੇ ਇਹ ਜਿਹੜਾ ਨਾ ਨੈਕਸਟ ਜਿਹੜਾ ਨਾ ਅਗਲੇ ਸਾਲ ਜਿਹੜਾ ਫਲ लगेगा, ਆ ਜਿੰਨੀ ਫੋਟ ਇਹਨੇ ਚੁੱਕਣੀ ਉਦਾਂ ही ਇਹਨੂੰ फल लगना। बिस्मिल्लाहिर्रहमानिर्रहीम, अस्सलाम वालेकुम। आप सारे दोस्तों को मेरे चैनल विलेज लाइफ विद सफदर में खुश आमदीद। दोस्तों क्या हाल है, उम्मीद करता हूँ आप खैर खैरियत से होंगे। अच्छा दोस्तों, जैसा कि आप जानते हैं कि फर्टिलाइज़र यानी कि खाद्य वगैरह हमारी फसलों के लिए रीढ़ की हड्डी की हैसियत रखती हैं, लेकिन इसके साथ साथ ये कई तरह की बीमारियों का सबब भी बनती हैं। जब वही खुराक जो मतलब गंदम वगैरह हम खा रहे होते हैं तो मुख्तलिफ़ किस्म की बीमारियां हमें दरपेश होती हैं। तो इसका तोड़ क्या है, इसका हम तोड़ कैसे निकाल सकते हैं? इस मकसद के लिए आज हम बात करने जा रहे हैं डॉक्टर ताहिर महमूद कंबो से, जिनका बायो फर्टिलाइज़र में तकरीबन 38 साल का तजर्बा है और वो बायो फर्टिलाइज़र खादें यानी कि ऑर्गेनिक खादें तैयार करके लोगों को दे रहे हैं, फार्मर को दे रहे हैं। उनसे बात करके हम जानते हैं कि ये खाद कैसे तैयार होती है और ये किस तरह दूसरी खाद से बेहतर है। ये सारी तफसील इनसे बात करके। अस्सलाम वालेकुम जनाब। वालेकुम अस्सलाम व रहमतुल्लाहि व बरकातुहू। जनाब की हाल नो? ठीक ठाक, शुक्र अल्हम्दुलिल्लाह, शुक्र अल्लाह ताला दी ज़ात दा शुक्र है। अच्छा जनाब, सारे तो पहले सन अपना नाम दसो। ताहिर महमूद कंबो। अच्छा जनाब, तुसन ये दसो, ये तुसी बायो फर्टिलाइज़र बना रहे हो, ऑर्गेनिक खाद, ऑर्गेनिक फर्टिलाइज़र या नामियाती खाद, साडे नाज़रीन नू ये दस दिओ भी ये है की चीज़? बायो फर्टिलाइज़र, नामियाती खाद, ਆਰਗੈਨਿਕ ਖਾਦ, ਇਹਦਾ ਮਤਲਬ ਸਾਰਾ ਦਾ ਇੱਕੋ ਹੀ ਆ ਜੀ। ਬੇਸ ਇਹੀ ਆ ਜਿੱਦਾਂ ਕਿ ਹਾਂਡੀ ਆ। ਠੀਕ ਹੈ। ਹਾਂਡੀ ਪੱਕ ਗਈ, ਉਹਦੇ ਵਿੱਚ ਗੋਸ਼ਤ ਪਾਇਆ, ਕੋਈ ਵੀ ਚੀਜ਼ ਪਾਈ ਆ, ਇਹਦਾ ਮਤਲਬ ਹੈ ਕਿ ਇਹ ਹਾਂਡੀ ਪੱਕ ਗਈ ਹੈ। ਠੀਕ ਹੈ। ਇਹਦਾ ਮਤਲਬ ਹੈ ਕਿ ਬਾਇਓ ਫਰਟੀਲਾਈਜ਼ਰ, ਬਾਇਓ ਆਰਗੈਨਿਕ ਫਰਟੀਲਾਈਜ਼ਰ ਜਾਂ ਬਾਇਓ ਕੰਪੋਸਟ ਇਹਨੂੰ ਕਿਹਾ ਜਾਂਦਾ। ਠੀਕ ਹੈ। ਬਾਇਓ ਕੰਪੋਸਟ ਬਣਾਉਂਦੇ ਸੀ ਅਸਲ ਦੇ ਵਿੱਚ ਜ਼ਿਮੀਂਦਾਰ ਜਿਹੜੇ, ਉਹ ਸਿਰਫ ਬਣਾਈ ਦਾ ਵਾ ਗੋਬਰ ਤੋਂ ਜਾਂ ਕਿਸੇ ਵੇਸਟ ਤੋਂ ਇੱਕ ਤੋਂ ਬਣਦੀ ਹੈ। ਠੀਕ ਹੈ। ਲੇਕਿਨ ਕਿਚਨ ਵੇਸਟ ਤੋਂ ਵੀ ਬਣਦੀ ਹੈ, ਬਹੁਤ ਅੱਛੀ ਕਿਚਨ ਵੇਸਟ ਤੋਂ ਬਚਦੀ ਹੈ। ਲੇਕਿਨ ਇਹ ਜਿਹੜੀ ਆ ਫਿਰ ਅਸੀਂ ਕੁਛ ਨਿਊਟ੍ਰੀਸ਼ਨ ਇਹਦੀ ਵਧਾਉਣ ਵਾਸਤੇ ਨਾ ਅਸੀਂ ਕੁਛ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ। ਠੀਕ ਹੈ। ਜਿੱਦਾਂ ਕਿ ਬੈਕਟੀਰੀਆ ਐਡ ਕੀਤਾ ਵਧਾਉਣ ਵਾਸਤੇ, ਫਿਰ ਅਸੀਂ ਡਿਸਟਿਲਰੀ ਦੀ ਵੇਸਟ ਇਸਤੇਮਾਲ ਕੀਤੀ ਆ। ਠੀਕ ਹੈ। ਉਹਨੂੰ ਬਾਇਓਮਾਸ ਦੇ ਨਾਮ ਦੇ ਉੱਤੇ ਅਸੀਂ ਉਹਨੂੰ ਪਹਿਲੇ ਤੋਂ ਤਿਆਰ ਕੀਤਾ। ਠੀਕ ਹੈ। ਯਾਨੀ ਕਿ ਡਾਇਰੈਕਟ ਉਹਨੂੰ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ, ਉਹਨੂੰ ਤਿਆਰ ਕਰਕੇ ਨਾ ਤੇ ਉਹਨੂੰ ਅਸੀਂ ਇਸਤੇਮਾਲ ਕਰ ਸਕਦੇ। ਇਹਦੇ ਵਿੱਚ ਅਸੀਂ 60% ਤਕਰੀਬਨ ਉਹ ਇਸਤੇਮਾਲ ਕੀਤੀ ਆ ਔਰ 40% ਅਸੀਂ ਗੋਬਰ ਇਸਤੇਮਾਲ ਕੀਤਾ। ਤਕਰੀਬਨ ਮਾਈਕਰੋ ਨਿਊਟਨ ਜਿਹੜੇ ਨੇ ਉਹ 2 ਤੋਂ 3% ਉਹ ਨੇ, ਯਾਨੀ ਜੋ ਕਾਪਰ, ਜ਼ਿੰਕ, ਫੈਰਸ ਸਲਫੇਟ ਇਸ ਤਰ੍ਹਾਂ। ਤੇ ਇਹਦੇ ਬਣਾਉਣ ਦਾ ਆਸਾਨ ਤਰੀਕਾ ਵਾ, ਜ਼ਿਮੀਂਦਾਰ ਖੁਦ ਵੀ ਬਣਾ ਸਕਦਾ। ਸਾਡੇ ਕੋਲ ਫਾਰਮੂਲੇਸ਼ਨ ਲੈ ਲੈਣ, ਜ਼ਿਮੀਂਦਾਰ ਖੁਦ ਬਣਾ ਲੈਣ। ਠੀਕ ਹੈ। ਔਰ ਬੜੇ ਅੱਛੇ ਅੰਦਾਜ਼ ਦੇ ਨਾਲ ਉਹ ਬਣਾ ਸਕਦੇ ਆ। ਠੀਕ ਹੈ। ਅੱਛਾ ਜਨਾਬ, ਇੱਕ ਆਮ ਇਸਤੇਮਾਲ ਵਿੱਚ ਹੈ, ਅਸੀਂ ਦੂਸਰੀਆਂ ਜਿਹੜੀਆਂ ਖਾਦਾਂ ਮਿਲਦੀਆਂ ਅਸੀਂ ਉਹ ਇਸਤੇਮਾਲ ਕਰਦੇ ਹਾਂ, जैसे मतलब इतने सोना, यूरिया, DAP खाद इस तरह इस्तेमाल करते हैं। उन्हां ते इस खाद चो की फर्क है? ਉਹਦੇ 'ਚ ਇਹ ਆ, ਇੱਕ ਤੇ ਉਹ ਕੈਮੀਕਲ ਖਾਦਾਂ ਹੁੰਦੀਆਂ। ਠੀਕ ਹੈ। ਦੂਸਰੇ ਨੰਬਰ ਤੇ ਉਹ ਖਾਦ ਜਿਹੜੀ ਆ ਨਾ, ਜਿੱਦਾਂ ਕਿ ਹੁਣ DAP ਆ, ਇਹਦਾ ਮਤਲਬ ਡਰਾਈ ਅਮੋਨੀਅਮ ਫਾਸਫੇਟ। ਠੀਕ ਹੋ ਗਿਆ। ਯਾਨੀ ਕਿ ਫਾਸਫੋਰਸ ਆ। ਉਹ ਫਾਸਫੋਰਸ ਜ਼ਮੀਨ ਨੂੰ ਲੱਗਦੀ ਕਿੰਨੀ ਆ? 18 ਤੋਂ 20%। ਠੀਕ ਹੈ। ਉਹ ਜ਼ਿਆਦਾ ਜਿਹੜੀ ਆ ਉਹ ਜੰਮ ਜਾਂਦੀ ਆ ਕਿ ਅੱਗੇ ਉਹ ਕੰਮ ਨਹੀਂ ਕਰਦੀ। ਠੀਕ ਹੈ। ਇਸ ਕਰਕੇ ਨਾ
ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹਦੇ ਵਿੱਚ ਫਾਸਫੋਰਸ ਵਾਲਾ ਬੈਕਟੀਰੀਆ ਦਾਖਲ ਕਰੀਏ, ਜਿਹੜੀ ਕਿ ਉਹ ਜਿਹੜੀ ਅੱਗੇ ਪਹਿਲੇ ਤੋਂ ਵੀ ਉਹਦੀ ਜ਼ਮੀਨ ਦੇ ਵਿੱਚ ਫਾਸਫੋਰਸ ਮੌਜੂਦ ਹੈ ਨਾ, ਉਹ ਵੀ ਉਹਨੂੰ ਲੱਗਣ ਲੱਗ ਪਵੇ। ਔਰ ਇਹਦੇ ਵਿੱਚ ਅਸੀਂ ਬੈਕਟੀਰੀਆ ਵੀ ਇਸਤੇਮਾਲ ਕੀਤੇ ਆ, ਜਿਹੜੇ ਜਾ ਕੇ ਨਾਈਟ੍ਰੋਜਨ ਵੀ ਦਿੰਦੇ ਆ, ਫਾਸਫੋਰਸ ਵੀ ਦਿੰਦੇ ਆ, ਪੋਟਾਸ਼ ਵੀ ਦਿੰਦੇ ਆ, ਇਸ ਤਰੀਕੇ ਦੇ ਨਾਲ। ਔਰ ਅਸੀਂ ਕੁਝ ਪੋਟਾਸ਼ ਦੇ ਤੌਰ ਦੇ ਉੱਤੇ ਅਸੀਂ ਉਹਦੇ ਸੋਰਸਿਸ ਜਿਹੜੇ ਆ ਨਾ, ਉਹ ਕੁਝ ਅਸੀਂ ਇਸਤੇਮਾਲ ਕਰਕੇ ਨਾ ਉਹਨੂੰ ਅਸੀਂ ਪੋਟਾਸ਼ ਵਧਾਉਣ ਵਾਸਤੇ ਕਿ ਸਾਨੂੰ ਕਿੰਨੀ ਪੋਟਾਸ਼ ਚਾਹੀਦੀ ਆ ਪੌਦੇ ਨੂੰ, ਪਰ ਏਕੜ ਨੂੰ ਕਿੰਨੀ ਚਾਹੀਦੀ ਆ, ਜਾਂ ਉਹਦੇ ਵਾਸਤੇ ਪੋਟਾਸ਼ ਵਾਲਾ ਬੈਕਟੀਰੀਆ ਵੀ ਅਸੀਂ ਯੂਜ਼ ਕਰਵਾਉਂਦੇ ਇਹਦੇ ਵਿੱਚ। ਇਸ ਤਰੀਕੇ ਨਾਲ ਮੁਖਤਲਿਫ ਤਰੀਕੇ ਦੇ ਨਾਲ ਕੋਈ ਵੀ ਜਿਹੜੀ ਖਾਦ ਹੁੰਦੀ ਹੈ ਨਾ, ਜਿੱਦਾਂ ਹੁਣ ਫਾਸਫੋਰਸ ਵਾਲੀ ਖਾਦ ਹੈਗੀ ਆ, ਉਹਦੇ ਵਿੱਚ ਫਾਸਫੋਰਸ ਹੋਏਗੀ, ਨਾਈਟ੍ਰੋਜਨ ਹੋਏਗੀ DAP ਦੇ ਵਿੱਚ। ਜੇ ਅਸੀਂ ਯੂਰੀਆ ਲੈਂਦੇ ਹਾਂ ਤਾਂ ਉਹਦੇ ਵਿੱਚ ਸਿਰਫ ਯੂਰੀਆ ਹੋਏਗੀ, ਹੋਰ ਕੁਝ ਨਹੀਂ। ਉਹਦੇ ਵਿੱਚ ਕਾਪਰ, ਜ਼ਿੰਕ, ਫੈਰਸ ਸਲਫੇਟ ਇਹ ਚੀਜ਼ਾਂ ਨਹੀਂ ਹੋਣਗੀਆਂ। ਇਹ ਚੀਜ਼ਾਂ ਦੀ ਬੰਦਿਆਂ ਨੂੰ ਵੀ ਜ਼ਰੂਰਤ ਆ, ਪੌਦਿਆਂ ਨੂੰ ਵੀ ਜ਼ਰੂਰਤ ਆ, ਜਾਨਵਰਾਂ ਨੂੰ ਵੀ ਜ਼ਰੂਰਤ ਆ। ਇਸ ਕਰਕੇ ਅਸੀਂ ਇਹਨੂੰ ਪਾਣ ਰਹੇ ਹਾਂ ਕਿ ਇਹ ਖਾਣਗੇ ਤੇ ਜਾਨਵਰ ਵੀ ਖਾ ਸਕਦੇ ਉਹਨਾਂ ਨੂੰ, ਤੇ ਇਨਸਾਨ ਵੀ ਉਹਨਾਂ ਨੂੰ ਸਬਜ਼ੀ ਜਾਂ ਫਰੂਟ ਉਹ ਖਾਣਗੇ, ਉਹਨਾਂ ਨੂੰ ਜ਼ਿਆਦਾ ਫਾਇਦਾ ਹੋਏਗਾ। ਇਸ ਤਰ੍ਹਾਂ ਇਹ 17 ਗਜ਼ਾਈ ਅਨਾਸਰ ਜਿਹੜੇ ਨਾ ਅਸੀਂ ਇਹਦੇ ਵਿੱਚ ਪੂਰੇ ਕੀਤੇ ਆ। ਠੀਕ ਹੈ। ਉਹ ਪੂਰੇ ਕਰਕੇ ਅਸੀਂ ਜ਼ਮੀਨ ਨੂੰ ਵੀ ਦੇਖਿਆ ਕਿ ਜ਼ਮੀਨ ਦਾ ਆਰਗੈਨਿਕ ਮੈਟਰ ਵਧਾਉਣ ਦੇ ਨਾਲ ਇਹ ਮਾਈਕਰੋ ਨਿਊਟਰਨ ਵੀ ਉਹਨੂੰ ਇੰਨੇ ਕੁ ਜਾਣ। ਇਸ ਖਾਦ ਦਾ ਇੰਨਾ ਕੁ ਫਾਇਦਾ ਜੇ ਕਿ 10 ਕਿਲੋ ਖਾਦ ਜਿਹੜੀ ਹੈ ਨਾ, ਪਾਣੀ ਦੇ ਵਿੱਚ 200 ਲੀਟਰ ਪਾਣੀ ਦੇ ਵਿੱਚ ਇਹਨੂੰ ਭਿਉਂ ਲਓ। ਠੀਕ ਹੈ। ਉਹ 24 ਘੰਟੇ ਭਿੱਜੀ ਰਹਿਣ ਦਿਓ। 24 ਘੰਟਿਆਂ ਤੋਂ ਬਾਅਦ ਕੱਪੜੇ ਦੇ ਵਿੱਚ ਪੁਣ ਕੇ ਉਹਦੀ ਸਪਰੇਅ ਕਰ ਦਿਓ। ਜਿਹੜੇ ਪੌਦਿਆਂ ਨੂੰ ਇਹ ਪਰ ਏਕੜ ਨੂੰ 200 ਲੀਟਰ ਪਾਣੀ ਦੇ ਵਿੱਚ ਕਰਕੇ ਨਾ, ਤੇ ਤੁਸੀਂ ਸਪਰੇਅ ਕਰ ਦਿਓ। ਤੇ ਖਾਦ ਕਿੰਨੀ ਪਾਈ? 10 ਕਿਲੋ। ਠੀਕ ਹੈ। ਉਹਨੂੰ 10 ਕਿਲੋ ਪਾ ਕੇ ਤੇ ਉਹਨੂੰ ਤੁਸੀਂ ਸਪਰੇਅ ਕਰ ਦਿਓ। ਕੋਈ ਦੁਨੀਆ ਜਹਾਨ ਦਾ ਟੌਨਿਕ ਕੋਈ ਵੀ ਲੈ ਕੇ ਉਹਨੂੰ ਸਪਰੇਅ ਕਰ ਦਿਓ, ਐਡੀ ਜਲਦੀ ਉਹ ਪੌਦਾ ਸਰ ਸਬਜ਼ ਨਹੀਂ ਹੋਏਗਾ ਜਿੰਨੀ ਜਲਦੀ ਇਹਦੇ ਨਾਲ ਹੋਏਗਾ। ਤੇ ਜੇ ਉਹ ਟੌਨਿਕ ਨੂੰ ਲੈਣ ਜਾਏਗਾ ਤਾਂ ਉਹ ਕਮ ਤੋਂ ਕਮ 500 ਤੋਂ 600 ਰੁਪਏ ਨੂੰ ਲੀਟਰ ਲੱਭੇਗਾ। ਉਹ ਵੀ ਉਹਦੇ ਵਿੱਚ 3-4 ਚੀਜ਼ਾਂ ਹੋਣਗੀਆਂ। ਇਹਦੇ 17 ਗਜ਼ਾਈ ਅਨਾਸਰ ਉਹਦੇ ਪੂਰੇ ਹੋ ਜਾਣਗੇ ਉਹਦੇ ਵਿੱਚ। ਖਾਦ ਦੀ ਅਫਾਦੀਅਤ ਦੇ ਬਾਰੇ ਤਾਂ ਤੁਸੀਂ ਦੱਸ ਦਿੱਤਾ ਹੈ, ਤੇ ਸਾਨੂੰ ਹੁਣ ਇਹ ਖਾਦ ਬਣਾਉਣ ਦਾ ਤਰੀਕਾਕਾਰ ਦੱਸ ਦਿਓ ਵੀ ਅਗਰ ਕੋਈ ਕਿਸਾਨ ਇਹ ਖੁਦ ਤਿਆਰ ਕਰਨਾ ਚਾਹਵੇ ਤਾਂ ਕਿਸ ਤਰੀਕੇ ਨਾਲ ਤਿਆਰ ਕਰ ਸਕਦਾ ਹੈ। ਅਸਲ ਦੇ ਵਿੱਚ ਚੀਜ਼ ਇਹ ਆ ਵੀ ਕਿ ਅਸੀਂ ਕੋਈ ਵੀ ਜਦੋਂ ਵੀ ਕੋਈ ਇੱਦਾਂ ਦਾ ਕੋਈ ਕੰਮ ਕਰਨ ਲੱਗਦੇ ਨਾ, ਅਸੀਂ ਕਰਦੇ ਹਾਂ ਜ਼ਿਮੀਂਦਾਰਾਂ ਦੀ ਖਾਤਰ। ਜ਼ਿਮੀਂਦਾਰ ਜਿਹੜੇ ਆ ਨਾ, ਇਹਨੂੰ ਅੱਛੇ ਤਰੀਕੇ ਨਾਲ ਦੇਖਣ। ਮੈਂ ਨਾ ਕੁਛ ਇਸ ਕਰਕੇ ਫਾਰਮੂਲੇਸ਼ਨ ਜਿਹੜੀ ਹੈ ਨਾ, ਜਿੱਦੀ ਇਹਦੀ ਫਾਰਮੂਲੇਸ਼ਨ ਮੈਂ ਸਾਰੀ ਇਹ ਕਾਗਜ਼ ਉੱਤੇ ਤੁਹਾਨੂੰ ਮੈਂ ਕਾਗਜ਼ ਦੇਵਾਂਗਾ, ਇਹਦੀ ਸਾਰੀ ਡਿਟੇਲ ਜਿਹੜੀ ਹੈ ਨਾ ਤੁਸੀਂ ਉਹਨਾਂ ਨੂੰ ਦੇ ਦੇਣਾ। ਜ਼ਿਮੀਂਦਾਰ ਇਹ ਵੀਡੀਓ ਨੂੰ ਦੇਖਦਿਆਂ ਹੋਇਆ ਆਪਣੀ ਇਹ ਡਿਟੇਲ ਜਿਹੜੀ ਆਪਣੇ ਕੋਲ ਲਿਖ ਲੈਣ। ਲਿਖਣ ਤੋਂ ਬਾਅਦ ਉਹ ਕਰ ਸਕਦੇ ਆ। ਇਹ ਟਰੈਕਟਰ ਦੇ ਨਾਲ, ਰੂਟਾਵੇਟਰ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਹੀ ਅਸੀਂ ਇਹ ਬਣਾਈ ਆ। ਕੋਈ ਇਹ ਨਹੀਂ ਕਿ ਇਹਦੇ ਵਾਸਤੇ ਕੋਈ ਪਲਾਂਟ ਇਸਤੇਮਾਲ ਕੀਤਾ। ਹਰ ਜ਼ਿਮੀਂਦਾਰ ਇਹਨੂੰ ਬਣਾ ਸਕਦਾ। ਅਗਰ ਜ਼ਿਮੀਂਦਾਰ ਇਹਨੂੰ ਕੋਸ਼ਿਸ਼ ਕਰੇਗਾ ਤੇ ਇਹਨੂੰ ਬਹੁਤ ਅੱਛਾ ਵੀ ਕਰ ਸਕਦਾ। ਔਰ ਹਲਕੇ ਤੋਂ ਹਲਕਾ ਦੇਖੋ ਨਾ, ਜਿਹੜੀ ਚੀਜ਼ਾਂ ਅਸੀਂ ਇਹਦੇ ਵਿੱਚ ਯੂਜ਼ ਕੀਤੀਆਂ ਉਹ ਰੂੜੀ ਤੋਂ ਤੇ ਥੱਲੇ ਨਹੀਂ ਨਾ ਉਹਦੇ ਨਾਲ ਜਾ ਸਕਦਾ। ਇਹਦੇ ਵਿੱਚ ਅਸੀਂ ਸ਼ੂਗਰ ਮਿੱਲਾਂ ਦੇ ਵਿੱਚ ਵੀ ਤਿਆਰ ਕਰਦੇ ਹਾਂ, ਮੁਖਤਲਿਫ ਜਗ੍ਹਾ 'ਤੇ ਤਿਆਰ ਕਰਦੇ ਹਾਂ। ਉਹ ਜ਼ਿਮੀਂਦਾਰ ਸਾਨੂੰ ਦੱਸੇਗਾ ਕਿ ਸਾਡੇ ਕੋਲ ਵੇਸਟ ਕਿਹੜੀ ਆ। ਸਭ ਤੋਂ ਪਹਿਲੇ ਨੰਬਰ 1 'ਤੇ ਸਾਡੀ ਲਿਸਟ ਦੇ ਵਿੱਚ ਲਿਖਿਆ ਹੋਏਗਾ 13 ਤਕਰੀਬਨ 10 ਚੀਜ਼ਾਂ ਲਿਖੀਆਂ ਹੋਣਗੀਆਂ, ਜਿਹਦੇ ਵਿੱਚ ਆਏਗਾ ਕਿ ਪ੍ਰੈਸ ਮੱਡ, ਯਾਨੀ ਕਿ ਸ਼ੂਗਰ ਮਿੱਲਾਂ ਦੇ ਵਿੱਚ ਜਿਹੜੀ ਪ੍ਰੈਸ ਮੱਡ ਹੁੰਦੀ ਹੈ ਉਹਨਾਂ ਦੀ ਉਹ। ਫਿਰ ਰਾਕ ਫਾਸਫੇਟ, ਫਾਸਫੋਰਸ ਵਧਾਉਣ ਵਾਸਤੇ, ਜੋ ਕਿ ਜਿਹੜੀ ਅਸੀਂ ਚੀਜ਼ ਇਹਦੇ ਵਿੱਚ ਇਸਤੇਮਾਲ ਕੀਤੀ ਵੀ ਆ। ਫਿਰ ਲਿਗਨਾਈਟ ਉਹ ਆ ਜਿਹੜਾ ਹੋਮੀਓ ਐਸਿਡ, ਜਿਹਦੇ ਨਾਲ ਮਿੱਟੀ ਦੇ ਨਾਲ ਹੋਮੀਓ ਐਸਿਡ ਬਣਦਾ, ਉਹ ਪਹਾੜਾਂ ਦੇ ਵਿੱਚੋਂ ਵੀ ਮਿੱਟੀ ਨਿਕਲਦੀ ਆ। ਫਿਰ ਡੈਰੀ ਮਨੋਰ, ਯਾਨੀ ਕਿ ਡੈਰੀ ਤੋਂ ਮੁਰਾਦ ਕਿ ਗੋਬਰ ਜਿਹੜਾ ਕਿ ਜਿਹੜੇ ਤੋਂ ਅਸੀਂ ਤਿਆਰ ਕੀਤੀ ਆ, ਉਹ ਡੈਰੀ ਮਨੋਰ ਉਹਨੂੰ ਕਹਿੰਦੇ ਆ। ਫਿਰ ਇੱਕ ਹੈ ਪੋਲਟਰੀ ਮਨੋਰ, ਯਾਨੀ ਕਿ ਮੁਰਗੀ ਖਾਨੇ ਦੀ ਰੂੜੀ। ਅਸੀਂ ਮੁਰਗੀ ਖਾਨੇ ਦੀ ਰੂੜੀ ਇਸਤੇਮਾਲ ਨਹੀਂ ਕੀਤੀ, ਲੇਕਿਨ ਮੁਰਗੀ ਖਾਨੇ ਦੀ ਰੂੜੀ ਇਸਤੇਮਾਲ ਕਰ ਲੈਣਾ ਵੀ ਬਿਹਤਰ ਬਣਦੀ ਆ। ਫਿਰ ਉਸ ਤੋਂ ਬਾਅਦ ਅਸੀਂ ਕੀਤਾ ਵਾ ਡਰਾਈ ਮੋਲੈਸਿਸ ਦਾ ਅਸੀਂ ਇੱਥੇ ਨਾਮ ਦਿੱਤਾ। ਫਿਰ ਇੱਕ ਇਹ ਆਪਣਾ ਵਿਨਾਸ਼ ਦਾ ਇਹ ਕੀਤਾ ਵਾ, ਜਿਹੜਾ ਕਿ ਅਸੀਂ ਇਹਦੇ ਵਿੱਚ ਜਿਹੜੀ ਚੀਜ਼ ਇਸਤੇਮਾਲ ਕੀਤੀ ਹੈ, ਡਿਸਰੀ ਦੀ ਵੇਸਟ ਜਿਹੜੀ ਆ ਨਾ, ਉਹਨੂੰ ਅਸੀਂ ਬਣਾ ਕੇ ਬਾਇਓ ਕੰਪੋਜ਼ ਬਣਾ ਕੇ, ਆਰਗੈਨਿਕ ਮੈਟਰ ਉਹਦੇ ਵਿੱਚ ਹੈਗਾ ਸੀ 60%, ਉਹਦੇ ਵਿੱਚ ਫਾਸਫੋਰਸ ਹੈਗੀ ਸੀਗੀ 4%, ਉਹਦੇ ਵਿੱਚ ਨਾਈਟ੍ਰੋਜਨ ਹੈਗੀ ਸੀਗੀ 3-4%, ਉਹਦੇ ਵਿੱਚ ਇੱਦਾਂ ਹੀ ਪੋਟਾਸ਼ ਸੀਗੀ ਉਹਦੇ 'ਚ ਤਕਰੀਬਨ 2%। ਇਸ ਤਰੀਕੇ ਨਾਲ ਅਸੀਂ ਉਹਦੇ ਵਿੱਚ ਨਾ, ਫਿਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਕੋਈ ਚੀਜ਼ਾਂ ਲਈ ਦੀਆਂ। ਜ਼ਿਮੀਂਦਾਰ ਨੇ ਲੈਣਾ ਹੋਵੇ, ਜ਼ਿਮੀਂਦਾਰ ਦੱਸੇਗਾ ਸਾਡੇ ਕੋਲ ਗੋਬਰ ਆ, ਫਿਰ ਅਸੀਂ ਉਹਨੂੰ ਦੱਸਾਂਗੇ ਕਿ ਗੋਬਰ ਤੇ ਨਾਲ ਸਾਡੇ ਆ ਜਿਹੜੀ ਆ ਬਾਇਓਮਾਸ ਆ, ਇਹਨੂੰ ਨਾਲ ਇਸਤੇਮਾਲ ਕਰ ਲੈ। ਅਸੀਂ ਬੈਕਟੀਰੀਆ ਇਸਤੇਮਾਲ ਕੀਤਾ ਬਾਇਓ ਆਪ ਦੇ ਨਾਮ ਤੇ। ਫਿਰ ਅਸੀਂ ਮੋਲੈਸਿਸ ਇਸਤੇਮਾਲ ਕੀਤਾ, ਸੀਰਾ ਜਿਹੜਾ ਉਹ ਅਸੀਂ ਨਾਲ ਇਹਦੇ ਐਡ ਕਰਕੇ ਤੇ ਅਸੀਂ ਉਹ ਕੀਤਾ। ਇਹ ਸਾਰਾ ਕੁਝ ਕਰਨ ਤੋਂ ਬਾਅਦ ਜਿਹੜੀ ਹੈ ਨਾ, ਇਹਦੀ ਰਿਪੋਰਟ ਜਿਹੜੀ ਇਸ ਟਾਈਮ ਜਿਹੜੀ ਇਹਦੀ ਰਿਪੋਰਟ ਹੈਗੀ ਆ, ਜਿਹੜੀ ਗੌਰਮੈਂਟ ਦੇ ਲੈਬ ਦੇ ਵਿੱਚੋਂ ਟੈਸਟ ਕਰਵਾਈ ਆ, ਤੇ ਉਹ ਹੈਗੀ ਆ, ਇਹਦੇ ਵਿੱਚ ਨਾਈਟ੍ਰੋਜਨ ਹੈਗੀ ਆ 7.80%, ਟੋਟਲ ਫਾਸਫੋਰਸ P2O5 9.13%,
ਫਿਰ ਆਰਗੈਨਿਕ ਮੈਟਰ ਜਿਹੜਾ ਹੈਗਾ ਇਹਦੇ 'ਚ 42.10% ਹੈਗੀ ਆ, ਪੋਟਾਸ਼ ਹੈਗੀ ਹੈ 3.88। ਅਗਰ ਗੋਬਰ ਦੀ ਪੋਟਾਸ਼ ਦੇਖੀ ਜਾਵੇ ਨਾ, ਗੋਬਰ ਦੀ ਪੋਟਾਸ਼ ਜਿਹੜੀ ਹੈ 1.5 ਤੋਂ ਲੱਗ ਕੇ ਤੇ ਜਿਹੜਾ ਵੰਡੇ ਪਾਉਂਦੇ ਆ ਨਾ ਉਹਨਾਂ ਦੀ ਆਏਗੀ ਤਕਰੀਬਨ 1.88। ਤੇ ਉਹਦੇ ਵਿੱਚ ਫਾਸਫੋਰਸ ਜਿਹੜੀ ਉਹਨਾਂ ਦੀ 2% ਆਉਂਦੀ ਆ ਗੋਬਰ ਦੇ ਵਿੱਚ, ਤੇ ਜਿਹੜੇ ਵੰਡਾ ਪਾਉਂਦੇ ਆ ਉਹਨਾਂ ਦੀ 2.20 ਤੱਕਰ 22 ਤੱਕਰ ਆਉਂਦੀ ਆ। ਇਸੇ ਤਰੀਕੇ ਨਾਲ ਨਾਈਟ੍ਰੋਜਨ ਉਹਦੇ 'ਚ ਕਿੰਨੀ ਹੁੰਦੀ ਹੈ, ਨਾਈਟ੍ਰੋਜਨ ਉਹਦੇ 'ਚ 2% ਤੋਂ 2.7% ਤੱਕਰ ਹੁੰਦੀ ਆ ਜਿਹੜੇ ਗੋਬਰ ਦੇ ਵਿੱਚ ਹੁੰਦੀ ਆ। ਤੇ ਜਿਹੜਾ ਆਰਗੈਨਿਕ ਮੈਟਰ ਆ ਉਹਦੇ ਵਿੱਚ ਵੀ ਇੱਦਾਂ ਹੀ ਫਾਸਫੋਰਸ ਜਿਹੜੀ ਆ ਤਕਰੀਬਨ 4% ਆ। ਜਿਹੜਾ ਅਸੀਂ ਇਹਦੇ ਵਿੱਚ ਇਸਤੇਮਾਲ ਕੀਤਾ ਵਾ ਉਹਨੂੰ ਬਾਇਓਮਾਸ ਦੇ ਨਾਮ ਤੇ ਕਹਿੰਦੇ ਆ। 4% ਉਹਦੇ ਵਿੱਚ 4 ਤੋਂ ਉੱਪਰ ਹੀ ਆ ਯਾਨੀ ਕਿ ਫਾਸਫੋਰਸ। ਇਸੇ ਤਰ੍ਹਾਂ ਹੀ ਉਹਦੇ ਵਿੱਚ ਪੋਟਾਸ਼ ਜਿਹੜੀ ਹੈਗੀ ਆ ਉਹ ਤਕਰੀਬਨ ਹੈਗੀ ਆ 3-3.5%, ਤੇ ਉਹਦੇ ਵਿੱਚ ਪੋਟਾਸ਼ ਜਿਹੜੀ ਹੈਗੀ ਆ 2.88% ਆ। ਯਾਨੀ ਕਿ ਉਹ ਇਹ ਸੋਰਸਿਸ ਜਿਹੜੇ ਆ ਨਾ ਇਹ ਥੋੜ੍ਹੇ ਆ। ਉਹਦੇ ਨਾਲ ਸਾਨੂੰ ਜਿਹੜੀ ਜ਼ਿਮੀਂਦਾਰ ਨੂੰ ਜਿਹੜੀ ਸਹੀ ਬਾਇਓ ਖਾਦ ਜਿਹੜੀ ਬਣਾਉਣੀ ਹੈ ਨਾ ਉਹਦੇ ਵਿੱਚ ਉਹਨੂੰ ਫਾਸਫੋਰਸ ਚਾਹੀਦੀ ਹੈ 2.5%।